ਭਾਜਪਾ ਦੀ ਅਗਨੀਪਥ ਯੋਜਨਾ ਨੂੰ ਲੈ ਕੇ ਜਗ੍ਹਾ ਜਗ੍ਹਾ ਪ੍ਰਦਰਸ਼ਨ ਕਈ ਦਿਨਾਂ ਤੋਂ ਹੋ ਰਹੇ ਨੇ। ਕਈ ਸੂਬਿਆਂ ਦੇ ਵਿੱਚ ਮਤਲਬ ਸਰਕਾਰੀ ਸੰਪਤੀ ਨੂੰ ਨੁਕਸਾਨ ਵੀ ਪਹੁੰਚਾਇਆ ਜਾ ਰਿਹਾ। ਅੱਜ ਵੀ ਪੰਜਾਬ ਬੰਦ ਤੇ ਦੇਸ਼ ਬੰਦ ਦਾ ਸੱਦਾ ਦਿੱਤਾ ਹੋਇਆ ਤੇ ਇਸੇ ਕਰਕੇ ਸ਼ਹਿਰ ਦੇ ਵਿੱਚ ਮਤਲਬ ਬਹੁਤੀਆਂ ਥਾਵਾਂ ਤੇ ਪੁਲਿਸ ਵੱਲੋਂ ਮਤਲਬ ਪਹਿਰੇ ਦਿੱਤੇ ਜਾ ਰਹੇ ਨੇ। ਈਵਨ ਕਿ ਰੇਲਵੇ ਸਟੇਸ਼ਨ ਜਿਹੜਾ ਹੈਗਾ ਉਹਨੂੰ ਜ਼ਿਆਦਾ ਤੌਰ ਧਿਆਨ ਰੱਖਿਆ ਜਾ ਰਿਹਾ ਕਿਉਂਕਿ ਰੇਲਵੇ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ। ਤਾਂ ਇਸ ਸੰਬੰਧ ਵਿੱਚ ਜਿਹੜੇ ਡੀਐਸਪੀ ਲਾਂਬਾ ਨੇ ਵੀ ਗੱਲਬਾਤ ਕੀਤੀ ਸਾਡੇ ਨਾਲ। ਉਹਨਾਂ ਨੇ ਵੀ ਦੱਸਿਆ ਕਿ ਅਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖ ਰਹੇ ਹਾਂ। ਇਸ ਤੋਂ ਇਲਾਵਾ ਮੇਰੇ ਨਾਲ ਕਾਂਗਰਸੀ ਆਗੂ ਨੇ ਰਾਜਨ ਗਰਗ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਦਾ ਕੀ ਖਿਆਲ ਹੈ ਇਸ ਬੰਦ ਬਾਰੇ ਤੇ ਇਸ ਅਗਨੀਪਥ ਯੋਜਨਾ ਬਾਰੇ। ਗਰਗ ਸਾਹਿਬ, ਤੁਹਾਡਾ ਸਵਾਗਤ ਹੈ। ਕੀ ਕਹੋਗੇ ਇਸ ਯੋਜਨਾ ਬਾਰੇ ਤੁਸੀਂ? ਸਭ ਤੋਂ ਪਹਿਲਾਂ ਤਾਂ ਸਭ ਨੂੰ ਰਾਮ ਰਾਮ। ਇਹ ਜਿਹੜੀ ਯੋਜਨਾ ਬੀਜੇਪੀ ਸਰਕਾਰ ਨੇ, ਮੋਦੀ ਜੀ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਜੀ ਦੀ ਸੋਚ ਨੇ ਸ਼ੁਰੂ ਕੀਤੀ ਹੈ, ਇਹਨੂੰ ਲੋਕਾਂ ਨੇ ਹਿੰਦੁਸਤਾਨ ਲੈਵਲ ਤੇ ਨਕਾਰਤਾ। ਇਹੋ ਜਿਹੀ ਮੂਵਮੈਂਟ ਇੱਕ ਵਾਰ ਜਦੋਂ ਪਹਿਲਾਂ ਹਿੰਦੁਸਤਾਨ 'ਚ ਨਕਾਰੀ ਗਈ ਸੀ, ਉਹ ਸੀ ਰਿਜ਼ਰਵੇਸ਼ਨ ਦੀ। ਸਰਕਾਰ ਨੇ ਉਹਨਾਂ ਦੇ ਹਿੱਤ ਵਾਸਤੇ ਸੋਚਿਆ ਹੋਊਗਾ, ਪਰ ਜਿਨ੍ਹਾਂ ਨੇ ਇਹਨਾਂ ਨੌਕਰੀਆਂ ਤੇ ਲੱਗਣਾ ਹੈ ਜਾਂ ਜਿਨ੍ਹਾਂ ਨੂੰ ਇਹ ਮੌਕਾ ਸਰਕਾਰ ਬੀਜੇਪੀ ਦੀ ਦੇਣਾ ਚਾਹੁੰਦੀ ਹੈ, ਉਹ ਲੋਕ ਇਹ ਤੋਂ ਤਸੱਲੀ 'ਚ ਨਹੀਂ ਹੈ। ਉਹ ਨਹੀਂ ਚਾਹੁੰਦੇ ਕਿ ਇਹੋ ਜਿਹੀ ਸਕੀਮ ਦੇ ਤਹਿਤ ਸਾਨੂੰ ਨੌਕਰੀਆਂ ਦੇ ਕੇ ਸਾਡੀ ਜਵਾਨੀ ਨੂੰ ਰੋਲਿਆ ਜਾਵੇ। ਕੀ ਹੈ ਸਕੀਮ? ਇਹ 18 ਸਾਲ ਦੇ ਬੱਚੇ ਨੂੰ ਨੌਕਰੀ ਦੇਣੀ ਹੈ, 22 ਸਾਲ ਦੇ ਨੂੰ ਰਿਲੀਵ ਕਰ ਦੇਣਾ ਹੈ। ਕੋਈ ਪੈਨਸ਼ਨ ਨਹੀਂ, ਕੋਈ ਰੈਂਕ ਨਹੀਂ, ਕੋਈ ਅੱਗੇ ਸਰਵਿਸ ਦੀ ਸਿਕਿਉਰਿਟੀ ਨਹੀਂ। 4 ਸਾਲ ਉਹਦਾ ਜੋ ਜਵਾਨੀ ਦਾ ਜਨੂਨ ਹੈ ਉਹਨੂੰ ਰਾਜਨੀਤਿਕ ਸੋਚ ਨਾਲ, ਕਿਉਂਕਿ 2 ਸਾਲ ਨੂੰ ਚੋਣ ਆਉਣੀ ਹੈ ਪਾਰਲੀਮੈਂਟ ਦੀ। ਪਹਿਲਾਂ ਇਹਨਾਂ ਨੇ ਕੁਛ ਕੀਤਾ ਨਹੀਂ, ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ। ਉਹ ਨੌਜਵਾਨਾਂ ਨੂੰ ਬਰਗਲਾਉਣਾ ਚਾਹੁੰਦੇ ਸੀ। ਬਰਗਲਾ ਕੇ ਅਜਿਹੀਆਂ ਨੌਕਰੀਆਂ 'ਤੇ ਲਾ ਕੇ ਅਗਰ ਉਹਨਾਂ ਨੂੰ ਮੌਕਾ ਮਿਲ ਜਾਂਦਾ ਦੁਬਾਰਾ ਕਦੇ ਹਿੰਦੁਸਤਾਨ ਦੀ ਸਰਕਾਰ ਨੇ, ਸ਼ਾਇਦ ਉਹਨਾਂ ਨੂੰ ਹੈ ਕਿ ਸਾਨੂੰ ਮੌਕਾ ਮਿਲੂਗਾ, ਫਿਰ ਉਹ ਇਹਨਾਂ ਨੂੰ ਰਿਲੀਵ ਕਰ ਦਿੰਦੇ, ਫਿਰ ਕੋਈ ਹੋਰ ਰਾਹ ਦੇਖਦੇ। ਪਰ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਦੇ ਖੁਦ ਮੰਤਰੀ ਇਹਨਾਂ ਗੱਲਾਂ ਤੋਂ ਸੈਟੀਸਫਾਈਡ ਨਹੀਂ। ਠੀਕ ਹੈ, ਉਹ ਬਿਆਨ ਦੇਈ ਜਾਂਦੇ ਹੈ, ਪਰ ਡਰਦੇ ਦੇਈ ਜਾਂਦੇ ਹੈ। ਹਿੰਦੁਸਤਾਨ ਅੱਜ ਜਲ ਰਿਹਾ ਜਿਵੇਂ ਆਰਕਸ਼ਣ ਜਦੋਂ ਲਾਗੂ ਹੋਇਆ ਸੀ ਉਦੋਂ ਜਲਿਆ ਸੀ। ਇਹ ਮੂਵਮੈਂਟ ਉਦੋਂ ਤੇਜ਼ ਹੋ ਰਹੀ ਹੈ। ਪਹਿਲਾਂ ਮੂਵਮੈਂਟ ਪੰਜਾਬ ਤੋਂ ਤੇਜ਼ ਹੋ ਕੇ ਨੀਚੇ ਨੂੰ ਜਾਂਦੀ ਸੀ ਇੰਡੀਆ ਦੇ ਨਕਸ਼ੇ ਮੁਤਾਬਕ, ਪਰ ਇਸ ਵਾਰ ਇਹ ਮੂਵਮੈਂਟ ਨੀਚੋਂ ਤੋਂ ਚੱਲ ਕੇ ਆਈ ਹੈ ਤੇ ਪੰਜਾਬ ਤੱਕ ਆ ਗਈ ਤੇ ਅੱਗੇ ਵਧੀ ਜਾਂਦੀ ਹੈ। ਰੋਜ਼ ਤੋੜਾ ਫੋੜੀ, ਰੋਜ਼ ਅੱਗ ਲੱਗਣੀ, ਰੋਜ਼ ਮੁਜ਼ਾਹਰੇ ਹੋਣੇ, ਰੋਜ਼ ਬੰਦ ਦੀਆਂ ਕਾਲਾਂ ਦੇਣੀਆਂ, ਸੜਕਾਂ ਰੋਕਣੀਆਂ। ਹਿੰਦੁਸਤਾਨ ਦਾ ਬਹੁਤ ਵੱਡਾ ਨੁਕਸਾਨ ਹੋਈ ਜਾਂਦਾ ਹੈ। ਜਿਹੜੀ ਚੀਜ਼ ਲੋਕਾਂ ਨੂੰ ਪਸੰਦ ਨਾ ਹੋਵੇ ਉਸ ਚੀਜ਼ 'ਤੇ ਮੇਰਾ ਖਿਆਲ ਬੀਜੇਪੀ ਸਰਕਾਰ ਨੂੰ ਬੈਕ ਟਰੈਕ ਕਰ ਜਾਣਾ ਚਾਹੀਦਾ। ਫੋਰਸਫੁਲੀ ਉਹਨਾਂ 'ਤੇ ਲਾਗੂ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਇਸ ਤਰੀਕੇ ਨਾਲ ਲਾਗੂ ਕਰਨਗੇ ਵਿਰੋਧ ਹੁੰਦਾ ਰਹੂਗਾ। ਹਿੰਦੁਸਤਾਨ ਦਾ ਨੁਕਸਾਨ ਹੈ, ਹਿੰਦੁਸਤਾਨ ਦਾ ਨੁਕਸਾਨ ਹੈ ਤਾਂ ਫਿਰ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ। ਤੁਸੀਂ ਰਾਜਨੀਤਿਕ ਸੋਚ ਨਾਲ ਚੱਲੇ ਹੋ, ਪਰ ਇਹ ਗੱਲ ਗਲਤ ਹੈ। ਜਿਵੇਂ ਤੁਸੀਂ ਕਹਿੰਦੇ ਹੋ ਕਿ ਰਾਜਨੀਤਿਕ ਸੋਚ ਨਾਲ ਚੱਲ ਰਹੇ ਨੇ ਬੀਜੇਪੀ ਵਾਲੇ, ਤਾਂ ਉਹਨਾਂ ਨੇ ਮਤਲਬ ਅਗਲੀ ਇਲੈਕਸ਼ਨ ਨੂੰ ਲੈ ਕੇ ਇਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਅਗਲੀ ਇਲੈਕਸ਼ਨ ਦੇ ਸੰਬੰਧ 'ਚ ਇਹ ਸਕੀਮ ਲਿਆਂਦੀ ਗਈ ਹੈ। ਆਪਾਂ ਜੇ ਐਂ ਕਹੀਏ ਕਿ ਇਹ ਜਿਹੜਾ ਵਿਦਰੋਹ ਹੈ ਜਾਂ ਵਿਰੋਧ ਕੀਤਾ ਜਾ ਰਿਹਾ, ਪ੍ਰਦਰਸ਼ਨ ਹੋ ਰਹੇ ਹੈ, ਇਹ ਕਾਂਗਰਸ ਦੀ ਮਿਲੀ ਭੁਗਤ ਨਾਲ ਹੋ ਰਿਹਾ ਜਾਂ ਉਹਨਾਂ ਦੀ ਸਾਜ਼ਿਸ਼ ਹੈ? ਦੇਖੋ, ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਕਾਂਗਰਸ ਦੀ ਮਿਲੀ ਭੁਗਤ ਤੇ ਸਾਜ਼ਿਸ਼ ਨਾਲ ਹੈ। ਕਾਂਗਰਸ ਪਾਰਟੀ ਦੀਆਂ ਸਰਕਾਰਾਂ ਤਾਂ ਬਹੁਤ ਘੱਟ ਨੇ ਅੱਜ ਹਿੰਦੁਸਤਾਨ 'ਚ। ਬੀਜੇਪੀ ਦੀਆਂ ਸ਼ਾਸਤ ਪ੍ਰਦੇਸ਼ਾਂ ਸਰਕਾਰਾਂ ਨੇ, ਹਿੰਦੁਸਤਾਨ 'ਚ ਉਹਨਾਂ ਦੀ ਸਰਕਾਰ ਹੈ। ਜਿਹੜੇ ਸੂਬਿਆਂ 'ਚ ਉਹਨਾਂ ਦੀਆਂ ਸਰਕਾਰਾਂ ਨੇ ਉੱਥੇ ਵੀ ਵਿਦਰੋਹ ਹੋਈ ਜਾਂਦਾ। ਕੋਈ ਬੰਦਾ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਜੇ ਕਾਂਗਰਸ ਪਾਰਟੀ ਹੈ। ਕਾਂਗਰਸ ਪਾਰਟੀ ਵੀ ਦੇਸ਼ ਦਾ ਅੰਗ ਹੈ, ਠੀਕ ਹੈ, ਇੱਕ ਜਥੇਬੰਦੀ ਹੈ, ਇੱਕ ਸੋਚ ਹੈ, ਵਿਚਾਰਧਾਰਾ ਹੈ। 150 ਸਾਲ ਤੋਂ ਹਿੰਦੁਸਤਾਨ ਦੀ ਸੇਵਾ ਕਰਦੀ ਆ ਰਹੀ ਹੈ। ਉਸ ਵਿਚਾਰਧਾਰਾ ਦੇ ਵਿੱਚ ਜੋ ਕਾਂਗਰਸ ਪਾਰਟੀ ਨੇ ਸੋਚ ਰੱਖੀ ਵੀ ਅਗਨੀਪਥ ਯੋਜਨਾ ਪ੍ਰੋਗਰਾਮ ਦੇਸ਼ ਦੇ ਨੌਜਵਾਨਾਂ ਦੇ ਤੇ ਦੇਸ਼ ਦੇ ਲੋਕਾਂ ਦੇ ਹਿੱਤ 'ਚ ਨਹੀਂ ਹੈ, ਇਸ ਕਰਕੇ ਅਸੀਂ ਵੀ ਇਹਦੇ ਵਿੱਚ ਪ੍ਰੋਟੈਸਟ 'ਚ ਹਾਮੀ ਹੈ ਔਰ ਉਹਨਾਂ ਲੋਕਾਂ ਨਾਲ ਸਾਥ ਦੇ ਰਹੇ ਹਾਂ ਜਿਹੜੇ ਲੋਕ ਪਹਿਲਾਂ ਤੋਂ ਵਿਦਰੋਹ ਕਰਕੇ ਅੱਗੇ ਚੱਲ ਰਹੇ ਹੈ। ਸੱਤਿਆਗ੍ਰਹਿ ਹੈ ਇਹ। ਸਾਡੇ ਕੱਲ੍ਹ ਕਾਂਗਰਸ ਪਾਰਟੀ ਨੇ ਦਿੱਲੀ 'ਚ AICC ਦੇ ਉਹਨਾਂ ਨੇ ਉੱਥੇ ਸੱਤਿਆਗ੍ਰਹਿ ਦਾ ਇੱਕ ਮੌਨ ਮਾਰਚ ਕੀਤਾ, ਧਰਨਾ ਦਿੱਤਾ। ਇਸ ਕਰਕੇ ਇਹ ਗੱਲ ਸਹੀ ਨਹੀਂ ਕਿ ਕਾਂਗਰਸ ਉਕਸਾ ਰਹੀ ਹੈ। ਕਾਂਗਰਸ ਨਹੀਂ ਕੋਈ, ਸਾਰੀਆਂ ਪਾਰਟੀਆਂ ਇਸ ਵੇਲੇ ਲੱਗੀਆਂ ਵੀਆਂ। ਇਹਦਾ ਮਤਲਬ ਸਾਰੀਆਂ ਪਾਰਟੀਆਂ ਬੀਜੇਪੀ ਦੇ ਉਲਟ ਨੇ ਕਿ ਬੀਜੇਪੀ ਦੀ ਕਈ ਪਾਰਟੀਆਂ ਨਾਲ ਸਾਂਝ ਨਹੀਂ ਹੈ, ਕਿ ਉਹਨਾਂ ਦੇ ਮੁੱਖ ਮੰਤਰੀ ਕਈ ਰਲ ਕੇ ਨਹੀਂ ਬਣੇ ਵੇ। ਉਹਨਾਂ ਪ੍ਰਦੇਸ਼ਾਂ 'ਚ ਵੀ ਹੋਈ ਜਾਂਦੀ ਹੈ। ਨਹੀਂ, ਪਰ ਭਾਜੀ ਜਿਸ ਤਰ੍ਹਾਂ ਬੀਜੇਪੀ ਦੇ ਬਹੁਤ ਸਾਰੇ ਲੀਡਰਾਂ ਨਾਲ ਗੱਲ ਕਰਦੇ ਆ, ਉਹ ਇਸ ਨੂੰ ਸਹੀ ਠਹਿਰਾ ਰਹੇ ਨੇ। ਇਹ ਫਿਰ ਇਹਦਾ ਮਤਲਬ ਇਹ ਹੋ ਗਿਆ ਜਿਹੜੇ ਲੀਡਰ ਹੈਗੇ, ਜੇ ਅੱਜ ਰਾਜਨ ਗਰਗ ਕਾਂਗਰਸ ਦੇ ਵਿੱਚ ਆ ਤਾਂ ਬੀਜੇਪੀ ਦੇ ਵਿਰੁੱਧ ਬੋਲ ਰਿਹਾ, ਜੇ ਕਾਂਗਰਸ ਦੇ ਬਾਹਰ ਹੋਵੇ ਤੇ ਬੀਜੇਪੀ 'ਚ ਹੋਵੇ ਤਾਂ ਇਸੇ ਸਕੀਮ ਨੂੰ ਆਪਦੇ ਢੰਗ ਨਾਲ ਸਹੀ ਕਰਾਰ ਦੇ ਦਿੰਦੇ ਆ। ਤੁਸੀਂ ਦੇਖੋ, ਮੈਂ
ਬਹੁਤ ਅੱਛਾ ਸਵਾਲ ਕੀਤਾ ਹੈ। ਇਹ 'ਚ ਕਾਂਗਰਸ 'ਚ ਹੋਣ ਦਾ ਤਾਂ ਕੋਈ ਮਤਲਬ ਜਾਂ ਇਸ ਗੱਲ ਦਾ ਨਹੀਂ ਕਿ ਮੈਂ ਕਾਂਗਰਸ 'ਚ ਇਸ ਕਰਕੇ ਬੀਜੇਪੀ ਨੂੰ ਨਿੰਦ ਰਿਹਾ। ਹੋਰ ਪਾਰਟੀਆਂ ਦੇ ਲੀਡਰ ਵੀ ਨਿੰਦੀ ਜਾਂਦੇ ਆ। ਜੇ ਆਮ ਲੋਕ ਸੜਕਾਂ ਤੇ ਆ ਗਏ, ਜਿਹੜੇ ਬੀਜੇਪੀ, ਕਾਂਗਰਸ, ਆਪ, ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਜਿੰਨੇ ਵੀ ਪਾਰਟੀਆਂ ਨੇ ਹਿੰਦੁਸਤਾਨ 'ਚ, ਉਹਨਾਂ ਦੀਆਂ ਸਰਕਾਰਾਂ ਬਣਾਉਂਦੇ ਨੇ, ਉਹ ਲੋਕ ਸੜਕਾਂ ਤੇ ਆ ਗਏ। ਦੂਜੀ ਗੱਲ, ਤੁਸੀਂ ਕਹਿੰਦੇ ਉਹਨਾਂ ਦੇ ਮੰਤਰੀ ਕਹਿੰਦੇ ਵੀ ਠੀਕ ਹੈ, ਉਹਨਾਂ ਦੇ ਮੰਤਰੀ ਤਾਂ ਕਿਸਾਨ ਅੰਦੋਲਨ ਨੂੰ ਵੀ ਜਦੋਂ ਚੱਲਿਆ ਸੀ ਉਦੋਂ ਪਹਿਲੇ ਕਹਿੰਦੇ ਵੀ ਜਿਹੜੀਆਂ ਚੀਜ਼ਾਂ ਚੱਲੀਆਂ ਠੀਕ ਹੈ, ਫਿਰ ਕਿਉਂ ਉਹਨੇ ਬੀਜੇਪੀ ਨੇ ਵਾਪਸ ਲਿਆ। ਸਾਲ ਸਵਾ ਸਾਲ ਬਾਅਦ ਹਜ਼ਾਰਾਂ ਲੋਕਾਂ ਦੀਆਂ ਜਦੋਂ ਜਾਨਾਂ ਚਲੀਆਂ ਗਈਆਂ, ਠੰਡ ਦੇ ਵਿੱਚ ਪੰਜਾਬ ਦੇ ਤੇ ਹੋਰ ਸੂਬਿਆਂ ਦੇ ਲੋਕ ਉੱਥੇ ਬਾਰਡਰ, ਟੀਕਰੀ ਬਾਰਡਰ ਤੇ ਬੈਠੇ ਰਹੇ, ਉਹ ਤਾਂ ਉਦੋਂ ਵੀ ਬੀਜੇਪੀ ਦੇ ਲੀਡਰ ਕਹਿੰਦੇ ਸੀ ਵੀ ਠੀਕ ਹੈ, ਪਰ ਫਿਰ ਕਿਉਂ ਵਾਪਸ ਲਿਆ। ਇਹ ਵੀ ਇਹਨਾਂ ਨੂੰ ਵਾਪਸ ਤਾਂ ਲੈਣਾ ਪੈਣਾ। ਠੀਕ ਹੈ, ਵਕਤ ਹੈ, ਜਿੱਦੀ ਨੇ। ਮੈਂ ਇੱਕ ਗੱਲ ਆਪ ਜੀ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਓਪੋਜੀਸ਼ਨ ਦਾ ਰੋਲ ਅਸੀਂ ਲੋਕ ਨਿਭਾ ਰਹੇ ਹਾਂ। ਅਸੀਂ ਓਪੋਜੀਸ਼ਨ 'ਚ ਕੰਮ ਕਰਦੇ ਹਾਂ, ਪਰ ਜਦੋਂ ਵਾਜਪਾਈ ਜੀ ਵਗੈਰਾ ਬੀਜੇਪੀ ਨੂੰ ਲੀਡ ਕਰਦੇ ਸੀ, ਉਦੋਂ ਦੇਸ਼ 'ਚ ਕਦੇ ਓਪੋਜੀਸ਼ਨ ਨਾਲ ਧੱਕੇਸ਼ਾਹੀ ਤੇ ਆਮ ਜਨਤਾ ਤੇ ਇਹੋ ਜਿਹੇ ਫੈਸਲੇ ਨਹੀਂ ਥੋਪੇ ਜਾਂਦੇ ਸੀ। ਅਜਿਹੇ ਲੀਡਰ ਬਣਨ ਦੀ ਕੋਸ਼ਿਸ਼ ਕਰੋ। ਪਾਰਟੀਆਂ ਨੇ ਤਾਂ ਦੇਖੋ ਕੰਮ ਕਰਨਾ ਹੈ, ਲੋਕਾਂ ਨੇ ਵੋਟਾਂ ਪਾਉਣੀਆਂ। ਅਸੀਂ ਵੋਟਾਂ ਸਾਰੀਆਂ ਪਾਰਟੀਆਂ ਨੇ ਮੰਗਣ ਜਾਣਾ ਹੈ, ਪਰ ਜਿੱਥੇ ਲੋਕਾਂ ਨੂੰ ਆਪਦਾ ਹਿੱਤ ਲੱਗਦਾ, ਲੋਕ ਉੱਥੇ ਵੋਟ ਆਪਦੀ ਪਾ ਦਿੰਦੇ ਆ ਤੇ ਇੱਕ ਵਾਰ ਉਹਨਾਂ ਨੂੰ ਤਜਰਬਾ ਕਰਦੇ ਆ। ਪਰ ਬੀਜੇਪੀ ਨੂੰ ਇੱਕ ਗੱਲ ਸੋਚ ਲੈਣੀ ਚਾਹੀਦੀ ਹੈ, ਕਿਸਾਨ ਅੰਦੋਲਨ ਤੇ ਅਗਨੀ ਯੋਜਨਾ, ਇਹ ਅਗਨੀ ਯੋਜਨਾ ਜਿਹੜੀ ਹੈ, ਇਹ ਉਹਨਾਂ ਦੇ ਤਬੂਤ 'ਚ ਆਖਰੀ ਕਿੱਲ ਹੋਊਗਾ ਉਹਨਾਂ ਦੀ ਸਾਥ ਨੂੰ ਖਤਮ ਕਰਨ ਲਈ। ਚਲੋ ਇਹ ਤਾਂ ਗੱਲ ਹੋ ਗਈ ਜੀ ਪਾਰਟੀਆਂ ਦੀ। ਜਿਵੇਂ ਹੁਣ ਜੇ ਮੈਂ ਕਹਾਂ ਕਿ ਕਾਂਗਰਸ ਜਿਹੜੀ ਹੈ ਆਪਣੇ ਆਪ 'ਚ ਹੀ ਖਤਮ ਹੁੰਦੀ ਜਾ ਰਹੀ ਹੈ, ਬਥੇਰੇ ਸੂਬਿਆਂ 'ਚ ਖਤਮ, ਮਤਲਬ ਜਿਹੜੀ ਬੀਜੇਪੀ ਆ ਬਹੁਤ ਹਾਵੀ ਹੋ ਚੁੱਕੀ ਆ। ਜੇ ਹਾਵੀ ਹੋ ਚੁੱਕੀ ਆ, ਉਹਦੀ ਮਰਜ਼ੀ ਨਾਲ ਫੈਸਲੇ ਵੀ ਲੈ ਰਹੀ ਆ, ਤਾਂ ਕਾਂਗਰਸ ਦੇ ਹੱਥ ਵੱਸ ਵੀ ਕੁਝ ਨਹੀਂ ਆ ਰਿਹਾ। ਕੀ ਸਹੀ ਹੈ ਕਿ ਕਾਂਗਰਸ ਸੱਚੀ ਮੁੱਚੀ ਖਤਮ ਹੋ ਰਹੀ ਹੈ ਇੰਡੀਆ ਦੇ ਵਿੱਚ? ਦੇਖੋ, ਖਤਮ ਕਦੇ ਕੁਝ ਵੀ ਨਹੀਂ ਹੁੰਦਾ। ਸਮੇਂ ਦੇ ਹਾਲਾਤ ਹੁੰਦੇ ਆ। ਸਮੇਂ ਦੇ ਹਾਲਾਤਾਂ ਨਾਲ ਕਈ ਵਾਰ ਲੋਕਾਂ ਨੂੰ ਹੋ ਸਕਦਾ ਸਾਡੀ ਪਾਰਟੀ ਦੀ ਕੋਈ ਨੀਤੀ ਜਾਂ ਸਾਡੇ ਲੀਡਰਾਂ ਦੇ ਕੰਮ ਕਰਨ ਦੇ ਤਰੀਕੇ ਨਾ ਜਚੇ ਹੋਣ, ਉਹਨਾਂ ਨੇ ਬੀਜੇਪੀ ਨੂੰ ਵਿਰੋਧ 'ਚ ਬਣਾਤਾ ਹੋਵੇ। ਬੀਜੇਪੀ ਵਾਲਿਆਂ ਨੂੰ ਇਸ ਕਰਕੇ ਨਹੀਂ ਬਣਾਇਆ ਕਿ ਉਹਨਾਂ ਨੇ ਕੋਈ ਚੰਗੇ ਕੰਮ ਕੀਤੇ ਆ। ਹੋ ਸਕਦਾ ਕਾਂਗਰਸ ਪਾਰਟੀ ਦੀਆਂ ਨੀਤੀਆਂ ਜਾਂ ਉਹਦੇ ਲੀਡਰਾਂ ਦੇ ਕੰਮ ਕਰਨ ਦੇ ਤਰੀਕੇ ਦੇ ਵਿਰੋਧ 'ਚ ਬਣਾਤਾ ਹੋਵੇ। ਪਰ ਜਿਹੜਾ ਖਤਮ ਹੋਣ ਦਾ ਸਵਾਲ ਹੈ, ਇਹ ਬਿਲਕੁਲ ਗਲਤ ਹੈ। ਤੁਸੀਂ ਸੰਗਰੂਰ ਬਾਈ ਇਲੈਕਸ਼ਨ ਚੱਲੀ ਜਾਂਦੀ ਹੈ, ਤੁਸੀਂ ਜਾ ਕੇ ਦੇਖ ਲਓ, ਕੱਲਾ ਕੱਲਾ ਵਰਕਰ, ਕੱਲਾ ਕੱਲਾ ਲੀਡਰ ਜੋ ਵੀ ਹੈ ਕਾਂਗਰਸ ਦਾ, ਉਹਨਾਂ ਨੇ ਆਪਦੀ ਜਾਨ ਤਲੀ ਤੇ ਲਾ ਕੇ ਝੋਕੀ ਵੀ ਹੈ, ਕੰਮ ਕਰੀ ਜਾਂਦੇ ਆ। ਅਜਿਹੀ ਕੋਈ ਗੱਲ ਨਹੀਂ। ਇੱਕ ਮੈਂ ਅਖੀਰ 'ਚ ਇੱਕ ਜ਼ਰੂਰ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਹੋ ਰਿਹਾ ਹੈਗਾ ਆਲ ਓਵਰ ਇੰਡੀਆ, ਮਤਲਬ ਸਰਕਾਰੀ ਸੰਪਤੀ ਨੂੰ ਅੱਗਾਂ ਲੱਗ ਰਹੀਆਂ ਨੇ, ਸਰਕਾਰੀ ਚਾਹੇ ਪੁਲਿਸ ਦੀਆਂ ਗੱਡੀਆਂ ਨੇ, ਭਾਵੇਂ ਉਹ ਰੇਲਵੇ ਸਟੇਸ਼ਨ ਮਤਲਬ ਹੈਗਾ, ਟ੍ਰੇਨਾਂ ਨੇ, ਉਹਨਾਂ ਨੂੰ ਅੱਗ ਲਾ ਰਹੇ। ਕੀ ਇਹ ਪ੍ਰਦਰਸ਼ਨ ਦਾ ਤਰੀਕਾ ਸਹੀ ਹੈ ਵੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾ ਰਿਹਾ, ਦੇਸ਼ ਦੀ ਸੰਪਤੀ ਨੂੰ ਨੁਕਸਾਨ ਪਹੁੰਚਾ ਰਿਹਾ, ਅਤੇ ਉਹਦਾ ਜਿਹੜਾ ਕਰਜ਼ਾ, ਜਿਹੜਾ ਬੋਝ ਆ, ਆਪਣੇ 'ਤੇ ਹੀ ਪੈਣਾ ਆਮ ਲੋਕਾਂ 'ਤੇ ਹੀ? ਦੇਖੋ, ਜਿਹੜਾ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਇਸ਼ੂ ਹੈ, ਜਦੋਂ ਮੋਹ ਚੱਲਦੀ ਹੈ, ਜਦੋਂ ਜਨੂਨ ਤੇ ਹਯੂਮ ਚੱਲਦਾ ਹੈ, ਉਦੋਂ ਫਿਰ ਉਹ ਇੱਕ ਅਣਮਿੱਥੀ ਸੋਚ ਨਾਲ ਚੱਲਦਾ ਹੈ। ਅਣਮਿੱਥੀ ਸੋਚ ਦੇ ਵਿੱਚ ਅੱਡ ਅੱਡ ਤਰ੍ਹਾਂ ਦੇ ਵਿਚਾਰਾਂ ਦੇ ਲੋਕ ਵੀ ਹੁੰਦੇ ਆ। ਕੋਈ ਗਰਮ ਦਲੀਏ ਵੀ ਹੁੰਦੇ ਆ, ਕੋਈ ਸਾਦੇ ਵੀ ਹੁੰਦੇ ਆ, ਕੋਈ ਗਾਂਧੀ ਜੀ ਦੇ ਰਾਹ 'ਤੇ ਚੱਲਣ ਵਾਲਾ ਵੀ ਹੁੰਦਾ ਹੈ, ਕੋਈ ਕੋਰਟ ਕਚਹਿਰੀਆਂ ਦੇ ਕੇਸ ਲੜਨ ਵਾਲਾ ਵੀ ਹੁੰਦਾ। ਸਾਰੀ ਮੋਹ ਇਕੱਠੀ ਚੱਲ ਪੈਂਦੀ ਹੈ, ਉਦੋਂ ਇਹੋ ਜਿਹਾ ਵਾਕਾ ਹੋ ਜਾਂਦਾ। ਪਰ ਫਿਰ ਵੀ ਲੋਕਾਂ ਨੂੰ, ਅਸੀਂ ਤਾਂ ਕਾਂਗਰਸ ਦੇ ਵਿੱਚੋਂ ਇਹੀ ਕਹਾਂਗੇ, ਸੰਯਮ ਰੱਖਣ, ਪ੍ਰੋਟੈਸਟ ਕਰਨ, ਜ਼ੋਰਦਾਰ ਪ੍ਰੋਟੈਸਟ ਕਰਨ, ਸਰਕਾਰ ਦੀਆਂ ਚੂਲਾਂ ਹਿਲਾਉਣ ਤੱਕ ਜਾਣ, ਕਿਉਂਕਿ ਜਿਹੜੀ ਨੀਤੀ ਲੋਕਾਂ ਦੇ ਹਿੱਤ ਦੀ ਨਹੀਂ, ਅਗਰ ਉਹ ਲੋਕਾਂ ਨੂੰ ਪਸੰਦ ਨਹੀਂ, ਪਰ ਇਹ ਜਿਹੜਾ ਅੱਗ ਲਗਾਉਣਾ, ਤੋੜਾ ਫੋੜੀ ਕਰਨੀ, ਇਹ ਤੇ ਸੰਯਮ ਰੱਖਣ। ਰਾਜਨ ਗਰਗ ਜੀ ਨੇ ਦੱਸਿਆ ਕਿ ਜਿਹੜੀ ਬੀਜੇਪੀ ਨੂੰ ਇਹ ਸਕੀਮ ਵਾਪਸ ਲੈਣੀ ਚਾਹੀਦੀ ਹੈ ਅਤੇ ਲੈਣੀ ਪਊਗੀ, ਕਿਉਂਕਿ ਦੇਸ਼ ਦੇ ਵਿੱਚ ਬਹੁਤ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਅਤੇ ਇਹਨੂੰ ਹੋਰ ਅੱਗੇ ਨਾ ਵਧਾਇਆ ਜਾਵੇ। ਅਤੇ ਇਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਪ੍ਰੋਟੈਸਟ ਜ਼ਰੂਰ ਕਰਨ, ਪਰ ਸਰਕਾਰੀ ਸੰਪਤੀ ਜਾਂ ਦੇਸ਼ ਦੀ ਸੰਪਤੀ ਨੂੰ ਇਸ ਤਰ੍ਹਾਂ ਨੁਕਸਾਨ ਨਾ ਪਹੁੰਚਾਉਣ ਅਤੇ ਆਪਦਾ ਸੰਯਮ ਰੱਖਣ। ਹਾਂਜੀ, ਇਹ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਸਾਰੇ ਸ਼ਹਿਰ 'ਚ ਨਾਕਾਬੰਦੀਆਂ ਕੀਤੀਆਂ ਹੋਈਆਂ, ਸਿਟੀ ਸੀਲਿੰਗ ਪੁਆਇੰਟ ਲਗਾਏ ਹੋਏ ਆ, ਅਤੇ ਖਾਸ ਤੌਰ 'ਤੇ ਸਾਰੇ ਜ਼ਿਲ੍ਹੇ ਦੀ ਪੁਲਿਸ ਔਰ ਸਾਰੇ ਅਧਿਕਾਰੀ ਇਸ 'ਚ ਸ਼ਾਮਲ ਹੈਗੇ ਆ। ਖਾਸ ਤੌਰ 'ਤੇ ਜਿਹੜਾ ਧਿਆਨ ਹੈ ਰੇਲਵੇ ਸਟੇਸ਼ਨ ਦੀ ਸੁਰੱਖਿਆ 'ਤੇ ਦਿੱਤਾ ਜਾ ਰਿਹਾ, ਕਿਉਂਕਿ ਪਿਛਲੇ ਦਿਨਾਂ 'ਚ ਇਹ ਕੁਝ ਘਟਨਾਵਾਂ ਹੋਈਆਂ ਸੀਗੀਆਂ ਜਿਹਦੇ 'ਚ ਰੇਲਵੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਤਾਂ ਉਸ ਸਬੰਧ ਦੇ ਵਿੱਚ ਰੇਲਵੇ ਸਟੇਸ਼ਨ 'ਤੇ SHO ਕੋਤਵਾਲੀ
ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਹੇਠ ਰਿਜ਼ਰਵਾਂ ਨੂੰ ਨਾਲ ਲੈ ਕੇ ਆਰਪੀਐਫ ਤੇ ਜੀਆਰਪੀ ਦੇ ਉਹਨਾਂ ਨਾਲ ਜੁਆਇੰਟ ਆਪਰੇਸ਼ਨ ਕੀਤਾ ਜਾ ਰਿਹਾ ਤੇ ਰੇਲਵੇ ਸਟੇਸ਼ਨ ਦੇ ਚਾਰੇ ਪਾਸੇ ਨਾਕਾਬੰਦੀ ਕੀਤੀ ਗਈ ਹੈ ਤੇ ਗਸ਼ਤਾਂ ਕੀਤੀਆਂ ਜਾ ਰਹੀਆਂ। ਅੱਜ ਮੈਂ ਪਹਿਲਾਂ ਹੀ ਤੁਹਾਨੂੰ ਜਿਵੇਂ ਦੱਸ ਚੁੱਕਿਆ, ਜਿਹੜੀ ਸ਼ਹਿਰ ਦੀ ਸੀਲਿੰਗ ਕੀਤੀ ਗਈ ਹੈ, ਜਿਹੜੀ ਸਿਟੀ ਸੀਲਿੰਗ ਹੈ, ਬਠਿੰਡਾ ਜ਼ਿਲ੍ਹਾ ਦੀ ਸੀਲਿੰਗ ਹੈ, ਉਹ ਜਿਹੜੇ ਉਸ ਇਲਾਕੇ ਦੇ ਅਧਿਕਾਰੀ ਹੈ ਤੇ ਉੱਥੇ ਦੇ ਪੁਲਿਸ ਕਰਮਚਾਰੀਆਂ ਰਾਹੀਂ ਉਹਨਾਂ ਦੀ ਸੀਲਿੰਗ ਕਰਾਈ ਗਈ ਹੈ ਤੇ ਸਖਤ ਚੈਕਿੰਗ ਕੀਤੀ ਜਾ ਰਹੀ ਹੈ। ਦੇਖिए जी, ਆਮ ਤੌਰ ਤੇ ਜਿਹੜਾ ਜਨਤਾ ਦਾ ਸਹਿਯੋਗ ਹੈ ਉਹ ਬਹੁਤ ਪੂਰਾ ਮਿਲ ਰਿਹਾ ਸਾਨੂੰ। ਕਿਸੇ ਕਿਸਮ ਦੀ ਕੋਈ ਕਲੈਸ਼ਿਸ ਦੀ ਜਾਂ ਕਿਸੇ ਮਨਮੁਟਾਅ ਦੀ ਕਿਸੇ ਤਰ੍ਹਾਂ ਦੀ ਕੋਈ ਖਬਰ ਨਹੀਂ ਹੈਗੀ। ਤਾਂ ਮੈਂ ਬਠਿੰਡਾ ਦੀ ਜਨਤਾ ਨੂੰ ਅਪੀਲ ਵੀ ਕਰਨਾ ਚਾਹਾਂਗਾ ਕਿ ਉਹ ਇਹ ਅਮਨ ਕਾਨੂੰਨ ਦੀ ਪੋਜੀਸ਼ਨ ਨੂੰ ਬਹਾਲ ਰੱਖਣ 'ਚ ਜਿਹੜੀ ਹੈ ਪੁਲਿਸ ਦੀ ਮਦਦ ਕਰਨ।